ਸ਼ੁਰੂ ਤੋਂ ਹੀ ਇੱਕ ਇੱਛਾ ਰਹੀ ਸੀ ਕਿ ਅਸੀਂ ਸਮਾਜ ਵਾਸਤੇ, ਸੁਸਾਇਟੀ ਵਾਸਤੇ ਕੁਛ ਨਾ ਕੁਛ ਕਰੀਏ। ਤੇ ਮੁਸ਼ਕਿਲ ਟਾਈਮ ਆਇਆ, ਉਹਦੇ ਵਿੱਚ ਵੀ ਸਾਨੂੰ ਅੱਗੇ ਹੋ ਕੇ ਕੁਛ ਨਾ ਕੁਛ ਕਰਨਾ ਚਾਹੀਦਾ। ਉਹ ਕਹਿੰਦੇ मम्मा आप मास्क बनाने शुरू करो घर पे। तो मेरे भी दिमाग ਵਿੱਚ ਅੱਛਾ ਮੈਨੂੰ ਦਿਲ ਸੀ ਕਿ ਮੈਂ ਕੁਛ ਕਰਾਂ। ਫਿਰ ਮੈਂ ਲੱਭਿਆ ਘਰ ਦੇ ਵਿੱਚ ਮੈਨੂੰ ਕੋਈ ਕਾਟਨ ਦੀ ਚਾਦਰ ਪੁਰਾਣੀ ਮਿਲੀ, ਮੈਂ ਉਹਨੂੰ ਵਾਸ਼ ਕੀਤਾ, ਸੈਨੀਟਾਈਜ਼ ਕੀਤਾ, ਕਰਕੇ ਸੁਕਾ ਕੇ ਪ੍ਰੈਸ ਕਰਕੇ ਮੈਂ ਉਹਦੇ ਮਾਸਕ ਬਣਾਏ। ਪੁਲਿਸ ਜਗ੍ਹਾ ਜਗ੍ਹਾ ਖੜੀ ਹੁੰਦੀ ਸੀ। ਫਿਰ ਮੈਨੂੰ ਇਹੀ ਆਇਆ ਕਿ ਮੈਂ ਉਹਨਾਂ ਨੂੰ ਗਈ, ਹਿੰਮਤ ਕੀਤੀ ਥੋੜ੍ਹੀ ਜਿਹੀ ਘਰੋਂ ਬਾਹਰ ਨਿਕਲਣ ਦੀ। ਬਾਹਰ ਨਿਕਲ ਕੇ ਮੈਂ ਉਹਨਾਂ ਕੋਲੋਂ ਗਈ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਘਰ ਦੇ ਵਿੱਚ ਮਾਸਕ ਬਣਾਏ ਆ ਕਾਟਨ ਦੇ, ਅਤੇ ਇਹ ਤੁਸੀਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਡਿਸਟਰੀਬਿਊਟ ਕਰ ਦਿਓ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਦੋਸਤ ਹਰਦੀਪ ਦੂਆ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਵਿਡ-19 ਦਾ ਸਮਾਂ ਚੱਲ ਰਿਹਾ ਹੈਗਾ, ਦੇਸ਼ ਕੀ ਵਿਦੇਸ਼ਾਂ ਵਿੱਚ ਵੀ ਲੋਕਡਾਊਨ ਕਾਫੀ ਹੱਦ ਤੱਕ ਲੱਗਿਆ ਹੋਇਆ, ਔਰ ਇਸ ਦੇ ਮੱਦੇਨਜ਼ਰ ਬਹੁਤ ਸਾਰੇ ਸਮਾਜ ਸੇਵਕ ਜਿਹੜੇ ਹੈਗੇ ਨੇ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ। ਬਹੁਤ ਸਾਰੇ ਜ਼ਰੂਰਤਮੰਦਾਂ ਨੂੰ ਉਹਨਾਂ ਦੇ ਜ਼ਰੂਰਤ ਦਾ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਘਰ ਤੱਕ ਪਹੁੰਚਾਈਆਂ। ਉਹਨਾਂ ਵਿੱਚੋਂ ਇੱਕ ਨੇ ਸਮਾਰਟ ਸਿਟੀ ਲੁਧਿਆਣਾ ਤੋਂ ਸਮਾਜ ਸੇਵਿਕਾ ਲਲਿਤਾ ਲਾਂਬਾ ਜੀ, ਜਿਨ੍ਹਾਂ ਨੇ ਹਜ਼ਾਰਾਂ ਮਾਸਕ ਜਿਹੜੇ ਨੇ ਉਹ ਜ਼ਰੂਰਤਮੰਦਾਂ ਤੱਕ ਪਹੁੰਚਾਏ। ਲੇਕਿਨ ਉਹਨਾਂ ਦੇ ਮਨ 'ਚ ਭਾਵਨਾ ਕਿਸ ਤਰ੍ਹਾਂ ਆਈ, ਉਹਨਾਂ ਨੇ ਮਾਸਕ ਕਿਸ ਤਰ੍ਹਾਂ ਤਿਆਰ ਕੀਤੇ, ਕਿ ਉਹਨਾਂ ਨੇ ਕਿੱਥੋਂ ਸਿੱਖੇ ਸੀਗੇ, ਇਹ ਸਾਰੀ ਗੱਲਾਂ ਜਾਣਨ ਲਈ ਅੱਜ ਸਾਡੀ ਜਿਹੜੀ ਟੀਮ ਹੈਗੀ ਹੈ ਉਹ ਇਹਨਾਂ ਦੇ ਘਰ ਪਹੁੰਚੀ ਹੈ, ਅਤੇ ਜਾਣਦੇ ਹਾਂ ਇਹ ਮਾਸਕ ਦਾ ਆਈਡੀਆ ਕਿੱਥੋਂ ਆਇਆ, ਹੁਣ ਤੱਕ ਉਹ ਕਿੰਨੇ ਮਾਸਕ ਜਿਹੜੇ ਨੇ ਉਹ ਕਿੱਥੇ ਤੱਕ ਪਹੁੰਚਾ ਚੁੱਕੇ ਨੇ। ਕੇਵਲ ਉਹਨਾਂ ਨੇ ਲੁਧਿਆਣਾ ਸ਼ਹਿਰ ਵਿੱਚ ਉਹ ਮਾਸਕ ਦੀ ਸੇਵਾ ਕੀਤੀ ਆ, ਲੁਧਿਆਣਾ ਸ਼ਹਿਰ ਤੋਂ ਬਾਹਰ ਵੀ ਉਹਨਾਂ ਦੇ ਮਾਸਕ ਗਏ ਨੇ। ਅਤੇ ਅੱਜ ਅਸੀਂ ਇੱਕ ਵੱਡੀ ਚੀਜ਼ ਹੋਰ ਕਰਾਂਗੇ ਕਿ ਇਹ ਮਾਸਕ ਕਿੱਦਾਂ ਜਿਹੜੇ ਹੈਗੇ ਨੇ ਉਹ ਤੁਸੀਂ ਆਪਣੇ ਘਰ ਕਿਸ ਤਰ੍ਹਾਂ ਬਣਾ ਸਕਦੇ ਹੋ, ਉਹ ਵੀ ਅਸੀਂ ਆਪਣੇ ਪ੍ਰੋਗਰਾਮ 'ਤੇ ਬਿਲਕੁਲ ਸ਼ੂਟ ਕਰਕੇ ਤੁਹਾਨੂੰ ਦੱਸਾਂਗੇ। ਉਹ ਤੁਸੀਂ ਆਪਣੇ ਘਰ ਬੈਠੇ ਵੀ ਮਾਸਕ ਬਣਾਉਣਾ ਅੱਜ ਸਿੱਖ ਜਾਓਗੇ ਅਗਰ ਤੁਸੀਂ ਸਾਡੀ ਇਹ ਪੂਰੀ ਨਿਊਜ਼ ਦੇਖੋਗੇ। ਅਤੇ ਕਰਦੇ ਫਿਰ ਆਪਣੀ ਸ਼ੋਅ ਦੀ ਸ਼ੁਰੂਆਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਹਰਦੀਪ ਜੀ, ਤੁਸੀਂ ਆਏ ਇੱਥੇ। ਸਾਡੇ ਮਾਸਕ ਮੈਂ ਬਣਾ ਰਹੀ ਹਾਂ ਔਰ ਬਹੁਤ ਅੱਛਾ ਲੱਗਦਾ ਇਹ ਕੰਮ ਕਰਕੇ। ਦਰਸ਼ਕਾਂ ਦੱਸੋ ਕਿ ਤੁਹਾਡੇ ਮਨ 'ਚ ਇਹ ਭਾਵਨਾ ਕਿਸ ਤਰ੍ਹਾਂ ਆਈ ਕਿ ਤੁਸੀਂ ਮਾਸਕ ਬਣਾਉਣੇ, ਕਿ ਤੁਸੀਂ ਪਹਿਲਾਂ ਤੋਂ ਹੀ ਮਾਸਕ ਦਾ ਬਣਾਉਣ ਦਾ ਕੰਮ ਕਰਦੇ ਹੁੰਦੇ ਸੀਗੇ, ਜਾਂ ਮਾਸਕ ਤੁਸੀਂ ਬਣਾਉਣੇ ਸਿੱਖੇ ਸੀ ਕੋਵਿਡ ਦੇ ਸਮੇਂ ਦੇ ਵਿੱਚ, ਔਰ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਭਾਵਨਾ ਕਿ ਹਾਂ ਨਹੀਂ ਹੁਣ ਜ਼ਰੂਰਤਮੰਦਾਂ ਨੂੰ ਮਾਸਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਅਤੇ ਮੈਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ, ਕਿਸੇ ਨੇ ਸੈਨੀਟਾਈਜ਼ਰ ਹੀ ਦਿੱਤੇ, ਕਿਸੇ ਨੇ ਰਾਸ਼ਨ ਲੋਕਾਂ ਦੇ ਘਰ ਪਹੁੰਚਾਇਆ, ਤੁਹਾਡੇ ਮਨ 'ਚ ਮਾਸਕ ਬਣਾਉਣ ਦਾ ਆਈਡੀਆ ਕਿੱਥੋਂ ਆਇਆ? ਮੇਰੇ ਮਨ 'ਚ ਮਾਸਕ ਬਣਾਉਣ ਦਾ ਆਈਡੀਆ ਆਇਆ, ਪਹਿਲੇ ਅਸੀਂ ਸਮਾਜ ਸੇਵਾ 'ਤੇ ਕਰ ਰਹੇ ਸੀ ਅਸੀਂ ਕਾਫੀ ਟਾਈਮ ਤੋਂ। ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਹੋ, ਮੈਨੂੰ 7-8 ਸਾਲ ਤੋਂ ਮੈਂ ਸੋਸ਼ਲ ਵਰਕ ਕਰ ਰਹੀ ਹਾਂ। ਕਾਫੀ ਸੰਸਥਾਵਾਂ ਨਾਲ ਮੈਂ ਐਸੋਸੀਏਟ ਵੀ ਹੈਗੀ ਹਾਂ, ਜਿਸ ਤਰ੍ਹਾਂ ਕਿ ਜਿਨ੍ਹਾਂ 'ਚੋਂ ਹੈਲਪਿੰਗ ਹੈਂਡ NGO ਆਉਂਦੀ ਹੈ, ਵੋਇਸ ਆਫ ਏਸ਼ੀਅਨ, ਅਹਿਸਾਸ, ਵਿਸਲ ਬਲੋਅਰ ਟੀਮ, ਹੋਰ ਵੀ ਕਾਫੀ ਸੰਸਥਾਵਾਂ ਨੇ ਜਿਨ੍ਹਾਂ ਨਾਲ ਮੈਂ ਜੁੜੀ ਹੋਈ ਹਾਂ। ਅਤੇ ਸੋਸ਼ਲ ਵਰਕ ਕਰਨ ਦਾ ਸ਼ੁਰੂ ਤੋਂ ਹੀ ਇੱਕ ਇੱਛਾ ਰਹੀ ਸੀ ਕਿ ਅਸੀਂ ਸਮਾਜ ਵਾਸਤੇ, ਸੁਸਾਇਟੀ ਵਾਸਤੇ ਕੁਛ ਨਾ ਕੁਛ ਕਰੀਏ, ਜਿਸ ਦੀ ਵਜ੍ਹਾ ਕਰਕੇ ਮੈਂ ਜੁੜੀ ਸਮਾਜ ਨਾਲ, ਤਾਂ ਕਿ ਆਪਣਾ ਟਾਈਮ ਜਿਹੜਾ ਬਚਿਆ ਟਾਈਮ ਅਸੀਂ ਸਮਾਜ ਦੇ ਪ੍ਰਤੀ ਅਸੀਂ ਕਰ ਸਕੀਏ ਕੁਛ ਉਹਨਾਂ ਵਾਸਤੇ। ਜਿਸ ਤਰ੍ਹਾਂ ਕਿ ਲੋਕਡਾਊਨ ਸ਼ੁਰੂ ਹੋ ਗਿਆ, ਤੁਸੀਂ ਸਾਰੇ ਜਾਣਦੇ ਹੀ ਹੋ, ਕਰੋਨਾ ਦੀ ਵਜ੍ਹਾ ਨਾਲ ਲੋਕਡਾਊਨ ਸ਼ੁਰੂ ਹੋ ਗਿਆ, ਔਰ ਉਹਦੇ ਦੌਰਾਨ ਸਾਨੂੰ ਅੰਦਰ ਰਹਿਣਾ ਪਿਆ ਆਪੋ ਆਪਣੇ ਘਰਾਂ ਦੇ ਵਿੱਚ, ਕਿਉਂਕਿ ਮਾਹੌਲ ਹੀ ਇਸ ਤਰ੍ਹਾਂ ਦਾ ਸੀਗਾ ਕਿ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਬੰਦ ਹੋ ਗਏ ਸੀ ਉਸ ਟਾਈਮ ਦੇ ਵਿੱਚ। ਔਰ ਮੇਰੇ ਖਿਆਲ ਦੇ ਵਿੱਚ ਕਾਫੀ ਹੱਦ ਤੱਕ ਲੋਕ ਜੋ ਸੀ ਕਿ ਡਿਪਰੈਸ਼ਨ ਦੇ ਵਿੱਚ ਆ ਗਏ ਸੀ, ਜਿਨ੍ਹਾਂ 'ਚੋਂ ਮੈਂ ਵੀ ਇੱਕ ਡਿਪਰੈਸ਼ਨ 'ਚ ਆ ਗਈ ਸੀਗੀ ਉਸ ਟਾਈਮ ਦੇ ਵਿੱਚ, ਕਿਉਂਕਿ ਮੈਂ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਬਿਲਕੁਲ। ਬੱਚੇ ਮੇਰੇ ਬਾਹਰ ਰਹਿੰਦੇ ਸੀ, ਬੇਟੀ ਮੇਰੀ USA ਰਹਿੰਦੀ, ਬੇਟਾ ਮੇਰਾ ਪਾਲਮਪੁਰ ਰਹਿੰਦਾ ਸੀ, ਅਤੇ ਮੈਂ ਘਰ ਬਿਲਕੁਲ ਇਕੱਲੀ ਸੀ। ਸਾਰਾ ਬੰਦ ਸੀ, ਸੁਸਾਇਟੀ ਦੇ ਗੇਟ ਚਾਰੋਂ ਤਰਫ ਬਿਲਕੁਲ ਸੁੰਨਸਾਨ, ਔਰ ਇੱਕ ਨਾ ਡਰਾਵਨਾ ਜਿਹਾ ਮਾਹੌਲ ਉਸ ਟਾਈਮ ਬਣ ਗਿਆ ਸੀਗਾ। ਬਟ ਇਹ ਇੱਛਾ ਹੁੰਦੀ ਸੀ ਕਿ ਜੇ ਅਸੀਂ ਸਮਾਜ ਸੇਵਾ ਕਰਦੇ ਹਾਂ, ਅਤੇ ਜਿਹੜਾ ਹੁਣ ਸਾਡੇ 'ਤੇ ਦੇਸ਼ 'ਤੇ ਮੁਸ਼ਕਿਲ ਟਾਈਮ ਆਇਆ, ਉਹਦੇ ਵਿੱਚ ਵੀ ਸਾਨੂੰ ਅੱਗੇ ਹੋ ਕੇ ਕੁਛ ਨਾ ਕੁਛ ਕਰਨਾ ਚਾਹੀਦਾ। ਬਟ ਉਸ ਟਾਈਮ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ, ਕਿਉਂਕਿ ਡਿਪਰੈਸ਼ਨ 'ਚ ਹੋ ਗਏ ਸੀ, ਸਮਝ ਨਹੀਂ ਆ ਰਹੀ ਸੀਗੀ ਬਾਹਰ ਨਿਕਲਿਆ ਜਾਏ, ਬਾਹਰ ਨਿਕਲ ਕੇ ਕੁਛ ਕਰੀਏ, ਕਿਸ ਤਰ੍ਹਾਂ ਕਰੀਏ, ਕੁਛ ਨਹੀਂ ਸਮਝ ਆ ਰਿਹਾ ਸੀਗਾ। ਬੱਚੇ ਕਹਿੰਦੇ ਸੀ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਮੰਮੀ, ਘਰ ਦੇ ਅੰਦਰ ਰਹਿਣਾ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿਸ ਤਰ੍ਹਾਂ। ਫਿਰ ਬੇਟੀ ਮੇਰੀ ਨੇ ਕਿਹਾ ਕਿ ਮੰਮਾ ਤੁਸੀਂ ਡਿਪਰੈਸ਼ਨ 'ਚ ਨਾ ਆਓ, ਤੁਸੀਂ ਆਪਣੇ ਆਪ ਨੂੰ ਸੰਭਾਲੋ
ਔਰ ਤੁਹਾਡੇ ਅੰਦਰ ਤੇ ਆਰਟ ਹੈਗਾ, ਕਿਉਂਕਿ ਮੈਂ ਕਾਫੀ ਟਾਈਮ 35 ਸਾਲ ਦੇ ਕਰੀਬ ਮੈਂ ਆਪਣਾ ਬੁਟੀਕ ਚਲਾਇਆ ਔਰ ਪਾਰਲਰ ਦਾ ਕੰਮ ਮੈਂ ਕੀਤਾ ਕਾਫੀ ਸਾਲ। ਤੇ ਉਸੇ ਰਿਗਾਰਡਿੰਗ ਹੀ ਕਿ ਮੈਨੂੰ ਆर्ट सी, वो कहते मम्मा आप मास्क बनाने शुरू करो घर पे। तो मेरे भी दिमाग ही अच्छा, मैनू दिल सी कि मैं कुछ करा। फिर मैं सोचा, मैं कि चलो, फिर मेरे ये दिमाग ही आया कि मैं मास्क तो बनाने हैं, ਉਹਦੇ ਵਾਸਤੇ कपड़ा भी चाहिए मैनू, क्योंकि बिना कपड़े के मास्क नहीं बनते। ਫਿਰ ਮੈਂ ਲੱਭਿਆ ਘਰ ਦੇ ਵਿੱਚ, ਮੈਨੂੰ ਕੋਈ ਕਾਟਨ ਦੀ ਚਾਦਰ ਪੁਰਾਣੀ ਮਿਲੀ, ਮੈਂ ਉਹਨੂੰ ਵਾਸ਼ ਕੀਤਾ, ਸੈਨੀਟਾਈਜ਼ ਕੀਤਾ, ਕਰਕੇ ਸੁਕਾ ਕੇ ਪ੍ਰੈਸ ਕਰਕੇ ਮੈਂ ਉਹਦੇ ਮਾਸਕ ਬਣਾਏ। ਜਿੰਨੇ ਮਾਸਕ ਉਹ ਬਣ ਗਏ 100-200 ਮਾਸਕ ਬਣ ਗਏ। ਫਿਰ ਹੁਣ ਇਹ ਆਇਆ ਕਿ ਇਹ ਮਾਸਕ ਤਾਂ ਬਣ ਗਏ ਹੈ, ਤੇ ਇਹ ਮਾਸਕ ਹੁਣ ਪਹੁੰਚਾਏ ਕਿੱਥੇ ਜਾਣ? ਇਹ ਵੀ ਹੁਣ ਇੱਕ ਸਮੱਸਿਆ ਸੀ, ਕਿਉਂਕਿ ਅਸੀਂ ਬਾਹਰ ਨਹੀਂ ਨਿਕਲਣਾ, ਮਾਸਕ ਕਿੱਥੇ ਜਾਣ? ਫਿਰ ਮੇਰਾ ਆਈਡੀਆ ਇੱਕ ਮੈਨੂੰ ਆਇਆ ਕਿ ਮੇਨ ਰੋਡ ਦੇ ਉੱਤੇ ਪੁਲਿਸ ਜਗ੍ਹਾ ਜਗ੍ਹਾ ਖੜੀ ਹੁੰਦੀ ਸੀ। ਫਿਰ ਮੈਨੂੰ ਇਹੀ ਆਇਆ ਕਿ ਮੈਂ ਉਹਨਾਂ ਨੂੰ ਗਈ, ਹਿੰਮਤ ਕੀਤੀ ਥੋੜ੍ਹੀ ਜਿਹੀ ਘਰੋਂ ਬਾਹਰ ਨਿਕਲਣ ਦੀ। ਬਾਹਰ ਨਿਕਲ ਕੇ ਮੈਂ ਉਹਨਾਂ ਕੋਲੋਂ ਗਈ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਘਰ ਦੇ ਵਿੱਚ ਮਾਸਕ ਬਣਾਏ ਆ ਕਾਟਨ ਦੇ, ਅਤੇ ਇਹ ਤੁਸੀਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਡਿਸਟਰੀਬਿਊਟ ਕਰ ਦਿਓ। ਅਤੇ ਉਹ ਬੜੇ ਖੁਸ਼ ਹੋਏ, ਕਹਿੰਦੇ ਮੈਡਮ ਇਹ ਤਾਂ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਘਰ ਬੈਠ ਕੇ। ਮੈਂ ਕਿਹਾ ਸਰ ਸਮਾਜ ਵਾਸਤੇ ਕੁਛ ਨਾ ਕੁਛ ਕਰਨਾ ਹੈ, ਤੁਸੀਂ ਇੱਥੇ ਡਿਊਟੀ ਦੇ ਰਹੇ ਹੋ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਕੁਛ ਨਾ ਕੁਛ ਕਰੀਏ। ਤਾਂ ਮੈਂ ਫਿਰ ਇਹ ਮਾਸਕ ਬਣਾਉਣੇ ਸ਼ੁਰੂ ਕੀਤੇ, ਔਰ ਉਸ ਤੋਂ ਬਾਅਦ ਫਿਰ ਮੈਂ ਸ਼ੁਰੂ ਕੀਤੇ ਅਤੇ ਫਿਰ ਕੱਪੜੇ ਦੀ ਹੁਣ ਸੋਚਿਆ ਕਿ ਕੱਪੜਾ ਕਿੱਥੋਂ ਆਏ ਹੋਰ, ਕਿਉਂਕਿ ਮਾਰਕੀਟ ਸਾਰੀ ਬੰਦ ਸੀ। ਫਿਰ ਮੇਰੇ ਅੜੋਸ ਪੜੋਸ ਜਿੰਨੇ ਸੀਗੇ ਸਾਰੇ, ਉਹਨਾਂ ਸਾਰਿਆਂ ਨੇ ਮੈਨੂੰ ਕੱਪੜਾ ਦੇਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਪੱਗਾਂ ਦੇਣੀਆਂ ਸ਼ੁਰੂ ਕਰਤੀਆਂ, ਕਿਸੇ ਨੇ ਰਜਾਈ ਦੇ ਗਿਲਾਫ ਦੇਣੇ ਸ਼ੁਰੂ ਕਰ ਦਿੱਤੇ। ਮੈਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਮਾਸਕ ਬਣਾਉਂਦੀ ਰਹੀ, ਕੱਪੜਾ ਆਉਂਦਾ ਰਿਹਾ। ਫਿਰ ਹੌਲੀ ਹੌਲੀ ਲਾਕਡਾਊਨ ਖੁੱਲ੍ਹਿਆ ਥੋੜ੍ਹਾ ਜਿਹਾ, ਫਿਰ ਮੈਂ ਮਾਰਕੀਟ ਤੋਂ ਵੀ ਕੱਪੜਾ ਪਰਚੇਜ਼ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮਤਲਬ ਹੁਣ ਮੈਨੂੰ ਯਾਦ ਹੀ ਨਹੀਂ ਕਿ ਮੈਂ ਕਿੰਨੇ ਕੁ ਮਾਸਕ ਬਣਾਏ ਨੇ, ਹਜ਼ਾਰਾਂ ਦੀ ਗਿਣਤੀ ਨਾਲ। ਮੈਂ ਦਿਨ ਵਿੱਚ 10-10 12-12 ਘੰਟੇ ਰੈਗੂਲਰ ਮਸ਼ੀਨ 'ਤੇ ਬੈਠ ਕੇ ਮੈਂ ਸਾਰਾ ਦਿਨ ਮਾਸਕ ਹੀ ਬਣਾਉਂਦੇ ਸੀ, ਕਿਉਂਕਿ ਮੈਂ ਫਿਰ ਇੱਕ ਕਹਿੰਦੇ ਨਾ ਜਨੂਨ, ਉਹ ਜਨੂਨ ਇੱਕ ਆ ਗਿਆ ਸੀ ਕਿ ਹੁਣ ਬਸ ਇਹ ਕੰਮ ਕਰਨਾ, ਜਿੰਨੇ ਵੱਧ ਤੋਂ ਵੱਧ ਹੋ ਸਕੇ, ਜਿੱਥੇ ਵੀ ਹੋ ਸਕੇ ਪਹੁੰਚਾਉਣੇ ਹੈ। ਹੁਣ ਤੱਕ ਤੁਸੀਂ ਤੁਹਾਡੇ ਮਾਸਕ ਕਿੱਥੇ ਕਿੱਥੇ ਤੁਸੀਂ ਦਿੱਤੇ ਨੇ ਆਪਣੇ? ਮੈਂ ਮਾਸਕ ਪੁਲਿਸ ਡਿਪਾਰਟਮੈਂਟ ਵਿੱਚ ਦਿੱਤੇ ਤਾਂ ਬਹੁਤ ਸਾਰੀ ਜਗ੍ਹਾ ਹੈ, ਪਰ ਮੇਨ ਜਿਹੜੇ ਹੁਣ ਇੱਕ ਪੁਲਿਸ ਡਿਪਾਰਟਮੈਂਟ ਹੋ ਗਏ, ਆਪਣਾ ਲੋੜਵੰਦ ਜਿਹੜੇ ਲੋਕ ਸੀ ਉਹਨਾਂ ਨੂੰ ਦਿੱਤੇ। ਜਿਵੇਂ ਗਲੀ 'ਚ ਕੋਈ ਸਬਜ਼ੀ ਵਾਲੇ ਆ ਗਏ ਜਾਂ ਕੋਈ ਕੁਛ ਵੀ ਸਮਾਨ ਵੇਚਣ ਵਾਲੇ ਆਉਂਦੇ, ਉਹਨਾਂ ਨੂੰ ਦਿੱਤੇ ਕਿ ਤੁਸੀਂ ਆਪਣੇ ਕੋਲ ਰੱਖੋ ਮਾਸਕ, ਜਿਨ੍ਹਾਂ ਨੂੰ ਲੋੜ ਹੈ ਤੁਸੀਂ ਉਹਨਾਂ ਨੂੰ ਦਿਓ, ਜਿਨ੍ਹਾਂ ਨੇ ਨਹੀਂ ਪਾਏ ਉਹਨਾਂ ਨੂੰ ਮਾਸਕ ਤੁਸੀਂ ਦਿਓ, ਉਹਨਾਂ ਨੂੰ ਦਿੱਤੇ। ਫਿਰ ਬੱਚਿਆਂ ਦੀ ਜੇਲ੍ਹ, ਉੱਥੇ ਗਈ, ਬੱਚਿਆਂ ਨੂੰ ਉੱਥੇ ਮਾਸਕ ਦੇ ਕੇ ਆਈ। ਹੋਰ ਕਾਫੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਦਿੱਤੇ। ਕਿੱਥੇ ਤੁਸੀਂ ਮਾਸਕ ਭੇਜੇ? ਖਾਲੀ ਲੁਧਿਆਣੇ 'ਚ? ਨਹੀਂ ਜੀ, ਬਾਹਰ ਵੀ ਮੈਂ ਭੇਜੇ ਆ। ਮੁਰਾਦਾਬਾਦ ਦੇ ਵਿੱਚ ਉਹਨਾਂ ਨੇ ਫੇਸਬੁੱਕ ਤੋਂ ਦੇਖਿਆ, ਫੇਸਬੁੱਕ ਤੋਂ ਦੇਖ ਕੇ ਉਹਨਾਂ ਨੇ ਮੈਸੇਜ ਕੀਤਾ ਕਿ ਸਾਨੂੰ ਮਾਸਕ ਚਾਹੀਦੇ ਆ, ਅਤੇ ਫਿਰ ਉਹਨਾਂ ਨੂੰ ਵੀ ਮਾਸਕ ਕੋਰੀਅਰ ਕਰਵਾਏ ਸੀ ਅਸੀਂ। ਠੀਕ ਹੈ। ਸੋ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਦਰਸ਼ਨ, ਜਿੱਦਾਂ ਕਿ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕੀਤੀ ਹੈ, ਕਿ ਤੁਸੀਂ ਇਹਨਾਂ ਸਾਰਿਆਂ ਨੂੰ ਲਾਈਵ ਮਾਸਕ ਬਣਾਉਣਾ ਸਿਖਾਓਗੇ ਕਿ ਕਿਸ ਪ੍ਰਕਾਰ ਨਾਲ ਮਾਸਕ ਤਿਆਰ ਕਰਨਾ, ਅਤੇ ਆਪਾਂ ਸ਼ੁਰੂ ਕਰੀਏ ਇਸ ਤੋਂ ਪਹਿਲਾਂ? ਹਾਂਜੀ ਬਿਲਕੁਲ ਬਿਲकुल ਸਿਖਾਵਾਂਗੀ ਜੀ ਮਾਸਕ ਬਣਾਉਣਾ, ਤਾਂ ਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਮਾਸਕ ਬਣਾ ਸਕਣ। ਕੋਈ ਮੁਸ਼ਕਿਲ ਕੰਮ ਨਹੀਂ ਹੈਗਾ। ਅਤੇ ਚਲੋ ਅਸੀਂ ਮਾਸਕ ਬਣਾਉਣਾ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਹੁਣ ਅਸੀਂ ਮਾਸਕ ਬਣਾਉਣਾ ਸਿੱਖਦੇ ਹਾਂ ਕਿ ਕਿਸ ਪ੍ਰਕਾਰ ਨਾਲ ਤੁਸੀਂ ਘਰ ਬੈਠ ਕੇ ਫੇਸ ਮਾਸਕ ਬਣਾ ਸਕਦੇ ਹੋ, ਔਰ ਕਿੰਨੇ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦਾ ਹੈ। ਆਓ ਫਿਰ ਸ਼ੁਰੂ ਕਰਦੇ ਹਾਂ। ਚਲੋ ਜੀ। मेरा मास्क तैयार है और मैं लगा लिया फेस पे।
ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਵਿੱਚ ਮਾਸਕ ਬਣਾਓਗੇ। ਮੈਂ 2 ਤਰੀਕੇ ਨਾਲ ਤੁਹਾਨੂੰ ਮਾਸਕ ਸਿਖਾਏ ਬਣਾਉਣੇ, ਇੱਕ ਇਸ ਤਰ੍ਹਾਂ ਦਾ ਔਰ ਇੱਕ ਇਹ ਵਾਲਾ। ਠੀਕ ਹੈ ਜੀ, ਬਹੁਤ ਈਜ਼ੀ ਹੈ। ਤੁਸੀਂ ਦੇਖਿਆ ਹੀ ਹੈ ਕਿ ਕਿੰਨਾ ਕੁ ਟਾਈਮ ਮੈਨੂੰ ਲੱਗਿਆ ਮਾਸਕ ਤਿਆਰ ਕਰਦੇ। ਠੀਕ ਹੈ, ਥੈਂਕ ਯੂ ਸੋ ਮਚ। ਸੋ ਦੋਸਤੋ, ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਲਲਿਤਾ ਜੀ ਨੇ 2 ਤਰ੍ਹਾਂ ਦੇ ਮਾਸਕ ਤੁਹਾਨੂੰ ਬਣਾਉਣੇ ਸਿਖਾਏ ਨੇ, ਜੋ ਕਿ ਤੁਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਣੇ ਘਰ ਤਿਆਰ ਕਰ ਸਕਦੇ ਹੈਗੇ ਹੋ। ਔਰ ਕੋਵਿਡ-19 ਦਾ ਸਮਾਂ ਚੱਲ ਰਿਹਾ, ਸਮੇਂ-ਸਮੇਂ ਤੇ ਆਪਣੇ ਹੈਂਡ ਵਾਸ਼ ਕਰਦੇ ਰਹੋ, ਫੇਸ ਮਾਸਕ ਦਾ ਇਸਤੇਮਾਲ ਕਰਦੇ ਰਹੋ, ਸੈਨੀਟਾਈਜ਼ਰ ਦਾ ਵੀ ਇਸਤੇਮਾਲ ਕਰਦੇ ਰਹੋ। ਮੇਰੇ ਛੋਟੇ ਭੈਣ ਭਰਾ ਇਸ ਤਰ੍ਹਾਂ ਹੀ ਪੜ੍ਹਦੇ ਲਿਖਦੇ ਨੇ, ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ। ਸੋ ਕੈਮਰਾ ਪਰਸਨ ਬੌਬੀ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ।